ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਦੋਸਤੋ, ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਅੱਜ ਪੂਰੇ ਪੰਜਾਬ ਦੇ ਵਿੱਚ ਆਮ ਨਾਲੋਂ ਗਰਮੀ ਵੱਧ ਸੀ ਤੇ ਮੌਸਮ ਵਿਭਾਗ ਨੇ ਇਹ ਭਵਿੱਖਬਾਣੀ ਕੀਤੀ ਹੈ ਕਿ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਕੋਈ ਸੰਭਾਵਨਾ ਨਹੀਂ। ਗਰਮੀ ਹੈ ਜਿਹੜੀ ਉਹ ਲਗਾਤਾਰ ਪੈਂਦੀ ਰਹਿਣੀ ਹੈ। ਸੋ ਜਿਹੜੀ ਇਹ ਭਵਿੱਖਬਾਣੀ ਹੈ ਇਹ ਕਿੰਨੀ ਕੁ ਸਹੀ ਸਾਬਤ ਹੁੰਦੀ ਹੈ ਵਕਤ ਬਿਆਨ ਕਰੂਗਾ। ਪਰ ਜਿਹੜੀ ਅੱਜ ਵੱਡੀ ਖਬਰ ਹੈ ਉਹ ਹੈ ਮਣੀਕਰਣਿਕਾ ਦਫ਼ਤਰ ਦੇ ਨਾਲ ਜੁੜੀ ਹੋਈ, ਉਹ ਹੈ ਕੰਗਣਾ ਰਣੌਤ ਦੇ ਨਾਲ ਜੁੜੀ ਹੋਈ, ਉਹ ਹੈ ਭਾਜਪਾ ਤੇ ਸ਼ਿਵ ਸੈਨਾ ਦੀ ਆਪਸ ਦੇ ਵਿੱਚ ਤਲਖ ਕਲਾਮੀ ਨਾਲ ਜੁੜੀ ਹੋਈ। ਬਹੁਤ ਸਾਰੀਆਂ ਖਬਰਾਂ ਅੱਜ ਕੰਗਣਾ ਰਣੌਤ ਦੇ ਨਾਲ ਸਵੇਰ ਤੋਂ ਲੈ ਕੇ ਲਗਾਤਾਰ ਰਾਤ ਤੱਕ ਆਈ ਗਈਆਂ। ਕੰਗਣਾ ਰਣੌਤ ਨੇ ਪਿਛਲੇ ਦਿਨੀ ਇਹ ਗੱਲ ਕਹੀ ਸੀ ਕਿ ਮੈਂ 9 ਸਤੰਬਰ ਨੂੰ ਮਨਾਲੀ ਤੋਂ ਮੁੰਬਈ ਦੇ ਵਿੱਚ ਪਹੁੰਚ ਜਾਣਾ, ਜੇ ਕਿਸੇ ਨੇ ਰੋਕਣਾ ਤਾਂ ਰੋਕ ਲਵੇ। ਸ਼ਿਵ ਸੈਨਾ ਨੇ ਇਹ ਗੱਲ ਕਹੀ ਸੀ, ਖਾਸ ਕਰਕੇ ਸੰਜੇ ਰਾਉਤ ਨੇ, ਕਿ ਇਹੋ ਜੀ ਹਰਾਮਖੋਰ ਲੜਕੀ ਨੇ ਸਾਨੂੰ ਚੁਣੌਤੀ ਦਿੱਤੀ ਹੈ, ਅਸੀਂ ਰੋਕਾਂਗੇ। ਯਾਨੀ ਕਿ ਇੱਕ ਕੁੜੀ ਨੂੰ ਹਰਾਮਖੋਰ ਕਹਿਣਾ ਮੀਡੀਆ ਦੇ ਮੂਹਰੇ ਮੈਨੂੰ ਜ਼ਾਤੀ ਤੌਰ ਦੇ ਉੱਤੇ ਇਹ ਗੱਲ ਬਹੁਤ ਮਾੜੀ ਲੱਗੀ, ਸ਼ਾਇਦ ਹੋਰਾਂ ਨੂੰ ਵੀ ਲੱਗੀ ਹੋਵੇ। ਪਰ ਅਸੀਂ ਵਿਚਾਰਧਾਰਕ ਮਤਭੇਦ ਰੱਖ ਸਕਦੇ ਹਾਂ, ਪਰ ਕਿਸੇ ਦੇ ਲਈ ਗਾਲ ਦੁੱਪੜ ਦੀ ਵਰਤੋਂ ਕਰੀਏ ਇਹ ਸਾਡੇ ਸੁਭਾਅ ਦੇ ਵਿੱਚ ਗੱਲ ਇਵੇਂ ਸ਼ਾਮਲ ਨਹੀਂ ਹੋਣੀ ਚਾਹੀਦੀ। ਤੇ ਜਿਸ ਥਾਂ ਦੇ ਉੱਤੇ ਬੈਠਾ ਸੰਜੇ ਰਾਉਤ, ਉਹਦੇ ਮੂੰਹ ਦੇ ਵਿੱਚੋਂ ਤਾਂ ਇੱਕ ਸ਼ਬਦ ਵੀ ਇਹੋ ਜਿਹਾ ਕਿਸੇ ਮਰਦ ਜਾਂ ਔਰਤ ਦੇ ਬਾਰੇ ਨਹੀਂ ਨਿਕਲਣਾ ਚਾਹੀਦਾ ਜਿਹੜਾ ਕਿ ਅੰਦਰੇ ਨੂੰ ਚੀਰ ਜਾਵੇ। ਪਰ ਕੰਗਣਾ ਰਣੌਤ ਦੇ ਵੱਲੋਂ ਬੇਬਾਕੀ ਦੇ ਨਾਲ, ਕੰਗਣਾ ਰਣੌਤ ਦੇ ਵੱਲੋਂ ਬੜੀ ਦਲੇਰੀ ਦੇ ਨਾਲ ਅੱਜ ਮਨਾਲੀ ਤੋਂ ਮੁੰਬਈ ਦੇ ਵਿੱਚ ਪਹੁੰਚਿਆ ਗਿਆ। 2:30 ਵਜੇ ਦੇ ਕਰੀਬ ਅੱਜ ਮਨਾਲੀ ਤੋਂ ਮੁੰਬਈ ਦੇ ਵਿੱਚ ਪਹੁੰਚੀ ਹੈ ਚੰਡੀਗੜ੍ਹ ਤੋਂ ਹਵਾਈ ਜਹਾਜ਼ ਫੜ ਕੇ ਕੰਗਣਾ ਰਣੌਤ। ਤੇ ਜਦੋਂ ਉਹ ਮੁੰਬਈ ਏਅਰਪੋਰਟ ਦੇ ਉੱਤੇ ਪਹੁੰਚੀ ਹੈ ਤਾਂ ਵੱਡੇ ਪੱਧਰ ਦੇ ਉੱਤੇ ਉਹਦੇ ਖਿਲਾਫ ਨਾਅਰੇਬਾਜ਼ੀ ਹੋਈ ਹੈ ਤੇ ਕਈ ਉਹਦੇ ਹੱਕ ਦੇ ਵਿੱਚ ਵੀ ਨਾਅਰੇ ਲਾਉਣ ਵਾਲੇ ਸੀ। ਉਸ ਤੋਂ ਅਗਲੀ ਗੱਲ ਇਹ ਹੈ ਕਿ ਅੱਜ ਸ਼ਿਵ ਸੈਨਿਕਾਂ ਨੇ ਤਾਂ ਮੁਰਦਾਬਾਦ ਕੀਤੀ ਮੁੰਬਈ ਦੇ ਏਅਰਪੋਰਟ ਤੇ, ਪਰ ਕਰਨੀ ਸੇਨਾ ਜਿਹੜੀ ਉਹਦੇ ਵੱਲੋਂ ਇਹ ਗੱਲ ਕਹੀ ਗਈ ਜੀ ਕਿ ਉਹ ਜ਼ਿੰਦਾਬਾਦ ਆ, ਉਹ ਮੁਰਦਾਬਾਦ ਨਹੀਂ, ਅਸੀਂ ਉਹਦੇ ਹੱਕ ਦੇ ਵਿੱਚ ਆ, ਅਸੀਂ ਬਿਲਕੁਲ ਧਿਰ ਬਣ ਕੇ ਖੜੇ ਆ। ਪਰ ਕੰਗਣਾ ਰਣੌਤ ਆ ਜਿਹੜੀ ਉਹ ਏਅਰਪੋਰਟ ਦੇ ਪਿਛਲੇ ਦਰਵਾਜ਼ੇ ਥਾਣੀ ਨਿਕਲੀ ਤੇ ਉਹ ਆਪਣੇ ਘਰੇ ਪਹੁੰਚ ਗਈ ਸਖਤ ਸੁਰੱਖਿਆ ਪ੍ਰਬੰਧਾਂ ਦੇ ਵਿੱਚ, ਕਿਉਂਕਿ ਉਹਨੂੰ Y+ ਸਿਕਿਉਰਿਟੀ ਇਸ ਵੇਲੇ ਮਿਲੀ ਹੋਈ ਹੈ। ਜਦੋਂ ਉਹ ਆਪਦੇ ਘਰ ਦੇ ਵਿੱਚ ਗਈ ਤਾਂ ਉਹਨੇ ਇੱਕ ਵੀਡੀਓ ਨਸ਼ਰ ਕੀਤੀ ਤੇ ਜਿਹਨੇ ਇੱਕ ਨਵਾਂ ਪਵਾੜਾ ਪਾਤਾ, ਕਿਉਂਕਿ ਅੱਜ ਉਹਦੇ ਚੰਡੀਗੜ੍ਹ ਤੋਂ ਮੁੰਬਈ ਪਹੁੰਚਣ ਤੱਕ ਉਹਦਾ ਦਫ਼ਤਰ ਜਿਹੜਾ ਮਣੀਕਰਣਿਕਾ ਫਿਲਮਸ ਦਾ ਦਫ਼ਤਰ ਹੈ ਉਹਨੂੰ ਢਾਹ ਦਿੱਤਾ ਗਿਆ ਸੀ। ਮੁੰਬਈ ਦੇ ਵਿੱਚ ਜਿਸ ਤਰੀਕੇ ਦੇ ਨਾਲ ਨਜਾਇਜ਼ ਉਸਾਰੀਆਂ ਹੋਈਆਂ ਤਾਂ ਉੱਥੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਹੈ, ਪਰ ਜਿੰਨੇ ਘੱਟ ਸਮੇਂ ਦੇ ਵਿੱਚ ਕੁਝ ਕੁ ਘੰਟਿਆਂ ਦੇ ਵਿੱਚ ਮਣੀਕਰਣਿਕਾ ਦਾ ਦਫ਼ਤਰ ਜਿਹੜਾ ਢਾਹ ਦਿੱਤਾ ਗਿਆ ਬਲਡੋਜ਼ਰ ਦੇ ਨਾਲ। ਬੰਬੇ ਮਿਊਨਿਸਪਲ ਕਾਰਪੋਰੇਸ਼ਨ ਦੇ ਵੱਲੋਂ ਇਹ ਕਹਿ ਕੇ ਵੀ ਇਹ ਨਜਾਇਜ਼ ਨਿਰਮਾਣ ਹੋਇਆ, ਇਹ ਗੈਰ ਕਾਨੂੰਨੀ ਨਿਰਮਾਣ ਹੋਇਆ, ਇਸ ਕਰਕੇ ਇਹਨੂੰ ਢਾਹ ਦਿੱਤਾ ਗਿਆ। ਪਰ ਉਸ ਤੋਂ ਬਾਅਦ ਉਹਨੇ ਜਿਹੜੀ ਵੀਡੀਓ ਬਣਾਈ ਹੈ ਕੰਗਣਾ ਰਣੌਤ ਨੇ, ਉਹਨੇ ਇਹ ਗੱਲ ਕਹੀ ਜੀ ਕਿ ਅੱਜ ਉਧਵ ਠਾਕਰੇ ਇੱਕ ਗੱਲ ਕੰਨ ਖੋਲ੍ਹ ਕੇ ਸੁਣ ਲਵੇ ਕਿ ਇਹਨੇ ਮੇਰਾ ਘਰ ਢਾਤਾ, ਇਹਨੇ ਮੇਰਾ ਘਰ ਤੋੜ ਦਿੱਤਾ, ਪਰ ਇਹਦਾ ਬਹੁਤ ਜਲਦੀ ਹੰਕਾਰ ਟੁੱਟੂਗਾ, ਇਹਦਾ ਹੰਕਾਰ ਵੀ ਤੋੜਿਆ ਜਾਣਾ। ਫਿਰ ਇਹ ਵੀ ਗੱਲ ਕਹੀ ਹੈ ਕਿ ਉਧਵ ਠਾਕਰੇ ਵਕਤ ਦਾ ਪਹੀਆ ਘੁੰਮਦਾ ਰਹਿੰਦਾ, ਇਹ ਇੱਕ ਥਾਂ ਦੇ ਉੱਤੇ ਖੜਦਾ ਨਹੀਂ, ਜੋ ਤੁਸੀਂ ਕੀਤਾ ਇਹ ਤੁਹਾਡੇ ਮੂਹਰੇ ਆਉਣਾ। ਉਸ ਤੋਂ ਅਗਲੀ ਗੱਲ ਇਹ ਹੈ ਕਿ ਸ਼ਰਦ ਪਵਾਰ ਦੇ ਵੱਲੋਂ ਅੱਜ ਉਧਵ ਠਾਕਰੇ ਦੇ ਕੰਨ ਦੇ ਵਿੱਚ ਮਿਲ ਕੇ ਫੂਕ ਮਾਰੀ ਗਈ ਹੈ। ਇਹ ਗੱਲ ਕਹੀ ਗਈ ਹੈ ਵੀ ਤੁਸੀਂ ਵਿਰੋਧ ਕਰਕੇ ਤੇ ਉਹਨੂੰ ਇੰਨੀ ਵੱਡੀ ਕਿਉਂ ਬਣਾ ਰਹੇ ਕਦ ਦੇ ਵਿੱਚ। ਕੰਗਣਾ ਰਣੌਤ ਦਾ ਤੁਸੀਂ ਇਸ ਪੱਧਰ ਤੇ ਵਿਰੋਧ ਕੀਤਾ ਵੀ ਅੱਜ ਉਹਦੀ ਚਾਰੇ ਪਾਸੇ ਮੀਡੀਆ ਦੇ ਵਿੱਚ ਦੁਨੀਆ ਭਰ ਦੇ ਵਿੱਚ ਚਰਚਾ ਹੋ ਰਹੀ ਹੈ। ਤੁਸੀਂ ਤਾਂ ਉਹਨੂੰ ਕੁਝ ਘੰਟਿਆਂ ਦੇ ਵਿੱਚ ਹੀ ਬਹੁਤ ਵੱਡੀ ਰਾਜਨੀਤਿਕ ਵਿਅਕਤੀ ਬਣਾ ਦਿੱਤਾ, ਉਹ ਤਾਂ ਰਾਜਨੀਤਿਕ ਤੌਰ ਦੇ ਉੱਤੇ ਸਫਲ ਔਰਤ ਮੰਨੀ ਜਾਊਗੀ, ਇਸ ਕਰਕੇ ਤੁਹਾਨੂੰ ਇਸ ਪੱਧਰ ਦੇ ਉੱਤੇ ਵਿਰੋਧ ਨਹੀਂ ਸੀ ਕਰਨਾ ਚਾਹੀਦਾ। ਸੋ ਇਹੋ ਜਿਹੀਆਂ ਜਦੋਂ ਖਬਰਾਂ ਆਈਆਂ ਤੇ ਵਿੱਚ ਇੱਕ ਖਬਰ ਇਹ ਆਈ ਹੈ ਕਿ ਹਾਈ ਕੋਰਟ ਦੇ ਵੱਲੋਂ ਅੱਜ ਬੰਬੇ ਮਿਊਨਿਸਪਲ ਕਾਰਪੋਰੇਸ਼ਨ ਨੂੰ ਝਾੜ ਪਾਈ ਗਈ ਹੈ ਵੀ ਜੇਕਰ ਤੁਸੀਂ ਬਾਕੀ ਨਜਾਇਜ਼ ਕਲੋਨੀਆਂ ਦੇ ਬਾਰੇ, ਦਫ਼ਤਰਾਂ ਦੇ ਬਾਰੇ, ਘਰਾਂ ਦੇ ਬਾਰੇ ਵੀ ਇੰਨੀ ਜਲਦੀ ਫੈਸਲਾ ਲੈਂਦੇ ਤਾਂ ਅੱਜ ਵਾਲੇ ਹਾਲਾਤ ਨਹੀਂ ਸੀ ਹੋਣੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕੰਗਣਾ ਰਣੌਤ ਦੇ ਹਿਮਾਚਲ ਤੋਂ ਮੁੰਬਈ ਪਹੁੰਚਣ ਤੋਂ ਪਹਿਲਾਂ ਹੀ BMC ਯਾਨੀ ਕਿ ਬੰਬੇ ਮਿਊਨਿਸਪਲ ਕਾਰਪੋਰੇਸ਼ਨ ਨੇ ਉਸ ਦੇ ਮੁੰਬਈ ਵਾਲੇ ਦਫ਼ਤਰ ਦੇ ਉੱਤੇ ਨਜਾਇਜ਼ ਕਬਜ਼ਾ ਹਟਾਉਣ ਦੀ ਕਾਰਵਾਈ ਕੀਤੀ ਹੈ। BMC ਨੇ ਦਫ਼ਤਰ ਦੇ ਵਿੱਚ 2 ਘੰਟੇ ਭੰਨਤੋੜ ਕੀਤੀ। ਕੰਗਣਾ ਨੇ ਕਿਹਾ ਕਿ ਉਸ ਨੇ ਮੁੰਬਈ ਨੂੰ POK ਕਹਿ ਕੇ ਕੁਝ ਵੀ ਗਲਤ ਨਹੀਂ ਕੀਤਾ। ਕੰਗਣਾ ਦਾ ਦਫ਼ਤਰ ਮੁੰਬਈ ਦੇ ਬਾਂਦਰਾ ਵਿੱਚ ਪਾਲੀ ਹਿੱਲ ਇਲਾਕੇ ਦੇ ਵਿੱਚ ਹੈ। ਉਹਨੇ 48 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਦਫ਼ਤਰ ਬਣਾਇਆ ਸੀ। ਇੱਥੇ ਉਸ ਦੇ ਪ੍ਰੋਡਕਸ਼ਨ ਹਾਊਸ ਮਣੀਕਰਣਿਕਾ ਫਿਲਮਸ ਦਾ ਦਫ਼ਤਰ ਹੈ। ਉਹ ਆਪਣਾ ਦਫ਼ਤਰ ਤੋੜੇ ਜਾਣ ਦੇ ਖਿਲਾਫ ਬੰਬੇ ਹਾਈ ਕੋਰਟ ਗਈ, ਜਿਸ ਤੋਂ ਬਾਅਦ ਅਦਾਲਤ ਨੇ ਕਾਰਵਾਈ ਦੇ ਉੱਤੇ ਰੋਕ ਲਾਉਂਦਿਆਂ BMC ਤੋਂ ਉੱਤਰ ਵੀ ਮੰਗਿਆ। ਹਾਈ ਕੋਰਟ ਨੇ BMC ਦੇ ਉੱਤੇ 3 ਤਲਖ ਟਿੱਪਣੀਆਂ ਕੀਤੀਆਂ। BMC ਨੇ ਜੋ ਕੁਝ ਕੀਤਾ ਉਸ ਦੇ ਪਿੱਛੇ ਮਾੜੀ ਭਾਵਨਾ ਹੈ ਤੇ ਇਹ ਕੰਮ ਨਿੰਦਣਯੋਗ ਹੈ। ਜਿਸ ਤਰ੍ਹਾਂ ਦੇ ਨਾਲ BMC ਦੇ ਵੱਲੋਂ ਯਾਨੀ ਕਿ ਬੰਬੇ ਮਿਊਨਿਸਪਲ ਕਾਰਪੋਰੇਸ਼ਨ ਦੇ ਵੱਲੋਂ ਨਜਾਇਜ਼ ਨਿਰਮਾਣ ਢਾਉਣ ਦਾ ਕੰਮ ਕੀਤਾ ਗਿਆ, ਉਹਦੇ ਪਿੱਛੇ ਨੀਅਤ ਅੱਛੀ ਨਹੀਂ ਲੱਗਦੀ ਤੇ ਇਸ ਦੀ ਬਦਨੀਤੀ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ। ਤੇ ਦੂਜਾ ਪੁਆਇੰਟ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਅਚਾਨਕ BMC ਦੀ ਜਾਗ ਖੁੱਲ੍ਹਦੀ ਹੈ
ਤੇ ਉਹ ਵੀ ਉਸ ਵਕਤ ਉਹ ਕਾਰਵਾਈ ਕਰਦਾ ਜਦੋਂ ਸੰਬੰਧਿਤ ਮਾਲਕ ਆ ਜਿਹੜਾ ਉਹ ਘਰ ਦੇ ਵਿੱਚੋਂ ਜਾਂ ਸ਼ਹਿਰ ਦੇ ਵਿੱਚੋਂ ਬਾਹਰ ਹੈ। ਤੀਜੇ ਪੁਆਇੰਟ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਅਸੀਂ ਮਦਦ ਨਹੀਂ ਕਰ ਸਕਦੇ, ਪਰ ਇਹ ਜ਼ਰੂਰ ਕਹਿਣਾ ਚਾਹਾਂਗੇ ਕਿ ਜੇ BMC ਨੇ ਇਸ ਤਰ੍ਹਾਂ ਦੀ ਤੇਜ਼ੀ ਬਾਕੀ ਨਿਰਮਾਣਾਂ ਦੇ ਉੱਤੇ ਵੀ ਐਕਸ਼ਨ ਦੇ ਰੂਪ ਦੇ ਵਿੱਚ ਦਿਖਾਈ ਹੁੰਦੀ ਤਾਂ ਸ਼ਹਿਰ ਦੇ ਵਿੱਚ ਰਹਿਣ ਦੇ ਲਈ ਕੁਝ ਹੋਰ ਹੀ ਹੁੰਦਾ। BMC ਨੇ 24 ਘੰਟੇ ਦੇ ਵਿੱਚ 2 ਨੋਟਿਸ ਭੇਜੇ ਸਨ। BMC ਨੇ ਉਸ ਦੇ ਮੁੰਬਈ ਸਥਿਤ ਦਫ਼ਤਰ ਦੇ ਵਿੱਚ ਨਜਾਇਜ਼ ਨਿਰਮਾਣ ਨੂੰ ਲੈ ਕੇ 24 ਘੰਟੇ ਦੇ ਵਿੱਚ ਦੂਜਾ ਨੋਟਿਸ ਭੇਜਿਆ ਸੀ। ਫਿਰ BMC ਦੀ ਇੱਕ ਟੀਮ JCB ਮਸ਼ੀਨ ਕ੍ਰੇਨ ਤੇ ਹਥੌੜੇ ਲੈ ਕੇ ਦਫ਼ਤਰ ਪਹੁੰਚ ਗਈ ਤੇ ਉੱਥੇ ਉਸਾਰੀ ਨੂੰ ਤੋੜਿਆ। ਕੰਗਣਾ ਦੇ ਵਕੀਲ ਰਜਵਾਨ ਸਦੀਕੀ ਨੇ ਕਿਹਾ ਕਿ BMC ਨੇ ਜੋ ਨੋਟਿਸ ਦਿੱਤਾ ਉਹ ਨਜਾਇਜ਼ ਸੀ। ਕਰਮਚਾਰੀ ਨਜਾਇਜ਼ ਤਰੀਕੇ ਦੇ ਨਾਲ ਦਾਖਲ ਹੋਏ ਦਫ਼ਤਰ ਦੇ ਵਿੱਚ ਸਾਫ਼ ਸਮਝ ਆਉਂਦਾ ਕਿ BMC ਪਹਿਲਾਂ ਤੋਂ ਹੀ ਬਿਲਡਿੰਗ ਡੇਗਣ ਦੇ ਵਾਸਤੇ ਤਿਆਰ ਬਰ ਤਿਆਰ ਸੀ। ਇਸ ਮਾਮਲੇ ਦੇ ਉੱਤੇ ਅੱਜ ਸਿਆਸੀ ਬਿਆਨ ਵੀ ਅੱਗੇ ਆਉਣ ਲੱਗੇ ਨੇ। ਪੂਰੇ ਦਿਨ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਆਈਆਂ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਕਿ ਕਾਰਵਾਈ ਗੈਰ ਜ਼ਰੂਰੀ ਸੀ। ਫਿਰ ਸ਼ਾਮ ਨੂੰ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਬਿਆਨ ਦਿੱਤਾ ਕਿ ਮੁੰਬਈ ਦੇ ਵਿੱਚ ਨਜਾਇਜ਼ ਨਿਰਮਾਣ ਕੋਈ ਨਵੀਂ ਗੱਲ ਨਹੀਂ ਹੈ। ਜੇ BMC ਦੀ ਕਾਰਵਾਈ ਨਿਯਮਾਂ ਦੇ ਮੁਤਾਬਕ ਹੈ ਤਾਂ ਇਹ ਸਹੀ ਹੈ। ਇਸ ਬਿਆਨ ਤੋਂ ਕੁਝ ਕੁ ਦੇਰ ਬਾਅਦ ਪਵਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਉद्धਵ ਨੂੰ ਮਿਲਣ ਪਹੁੰਚੇ। ਉਧਰ ਕੰਗਣਾ ਨੂੰ ਨੋਟੀ ਦੱਸਣ ਵਾਲੇ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਕਿਹਾ, ਮੇਰਾ ਮਾਮਲਾ ਹੁਣ ਖਤਮ ਹੋ ਗਿਆ। ਕੰਗਣਾ ਦਾ ਮੁੰਬਈ ਦੇ ਵਿੱਚ ਸਵਾਗਤ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜੋ ਕੰਗਣਾ ਰਣੌਤ ਦੇ ਮਾਮਲੇ ਦੇ ਵਿੱਚ ਹੁਣ ਤੱਕ ਸਾਰੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ, ਉਹਦੇ ਵਿੱਚੋਂ ਇੱਕ ਗੱਲ ਬੜੀ ਸਾਫ਼ ਤੌਰ ਦੇ ਉੱਤੇ ਉੱਭਰ ਕੇ ਸਾਹਮਣੇ ਆਉਂਦੀ ਆ ਕਿ ਕੰਗਣਾ ਰਣੌਤ ਨੂੰ BJP ਦਾ ਬਹੁਤ ਵੱਡੇ ਪੱਧਰ ਦੇ ਉੱਤੇ ਥਾਪੜਾ ਹੈਗਾ, ਕਿਉਂਕਿ ਬਾਲੀਵੁੱਡ ਦੇ ਵਿੱਚ ਪਹਿਲੀ ਐਕਟਰੈਸ ਆ, ਕੋਈ ਪਹਿਲੀ ਹੀਰੋਇਨ ਹੈ ਜਿਹਨੂੰ ਕਿ Y+ ਸਿਕਿਉਰਿਟੀ ਮਿਲੀ ਹੈ। ਹਾਲਾਂਕਿ ਇਹ ਗੱਲ ਕਹੀ ਜਾ ਰਹੀ ਹੈ ਕਿ ਕਿਸੇ ਨੂੰ ਖਤਰਾ ਨਾ ਪੈਦਾ ਹੋਵੇ, ਕੰਗਣਾ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ, ਇਸ ਕਰਕੇ ਸਿਕਿਉਰਿਟੀ ਦਿੱਤੀ ਗਈ ਹੈ। ਪਰ ਜਿਸ ਤਰੀਕੇ ਦੇ ਨਾਲ ਧਿਰ ਬਣ ਕੇ ਕੰਗਣਾ ਰਣੌਤ ਦੇ ਬਰਾਬਰ ਖੜਿਆ ਗਿਆ BJP ਦੇ ਵੱਲੋਂ ਤੇ ਜਿਸ ਤਰੀਕੇ ਦੇ ਨਾਲ ਸ਼ਿਵ ਸੈਨਾ ਦੀ ਪਿੱਠ ਲਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਹਦੇ ਬਾਬਤ ਬਹੁਤ ਸਾਰੀਆਂ ਖਬਰਾਂ ਅੰਦਰ ਖਾਤਿਓਂ ਨਿਕਲ ਕੇ ਸਾਹਮਣੇ ਆ ਰਹੀਆਂ। ਦੂਜੀ ਗੱਲ ਇਹ ਹੈ ਕਿ ਸ਼ਿਵ ਸੈਨਾ ਦੇ ਵੱਲੋਂ ਜੋ ਕੁਝ ਕੀਤਾ ਗਿਆ ਇਹਦੀ ਸਿਫਤ ਨਹੀਂ ਕਰਨੀ ਬਣਦੀ, ਇਹਦੀ ਬਹੁਤ ਵੱਡੀ ਗਲਤੀ ਹੈ। ਕਿਉਂਕਿ ਜੇਕਰ ਉਹਨੇ ਨਜਾਇਜ਼ ਨਿਰਮਾਣ ਕੀਤਾ ਤਾਂ ਕੀ ਤੁਹਾਨੂੰ 3 ਦਿਨ ਪਹਿਲਾਂ ਹੀ ਪਤਾ ਲੱਗਾ, ਤੁਹਾਨੂੰ 2 ਦਿਨ ਪਹਿਲਾਂ ਪਤਾ ਲੱਗਾ? ਤੁਹਾਨੂੰ ਉਦੋਂ ਵੀ ਪਤਾ ਲੱਗਣਾ ਚਾਹੀਦਾ ਸੀ ਜਦੋਂ ਉਹਨੇ ਦਫ਼ਤਰ ਬਣਾਇਆ। ਜਦੋਂ ਉਹਨੇ ਇੱਥੇ ਦਫ਼ਤਰ ਦੀ ਉਸਾਰੀ ਕੀਤੀ ਆ ਉਦੋਂ BMC ਸੁੱਤੀ ਪਈ ਸੀ ਕਿ ਮਹਾਰਾਸ਼ਟਰ ਦੀ ਸਰਕਾਰ ਸੁੱਤੀ ਪਈ ਸੀ? ਇਹ ਬਦਲਾ ਲਊ ਭਾਵਨਾ ਸੀ ਕਿ ਉਹਦਾ ਅਸੀਂ ਨੁਕਸਾਨ ਜਿੰਨਾ ਕਰ ਸਕਦੇ ਹੋ ਕਰਦੇ ਹਾਂ। ਕੱਲ BMC ਦੀ ਇੱਕ ਹੋਰ ਰਿਪੋਰਟ ਆਈ ਸੀ ਕਿ ਉਹ ਮਨਾਲੀ ਤੋਂ ਮੁੰਬਈ ਦੇ ਵਿੱਚ ਤਾਂ ਆ ਜਾਊਗੀ, ਪਰ 14 ਦਿਨ ਦੇ ਲਈ ਉਹਨੂੰ ਇਕਾਂਤਵਾਸ ਕੀਤਾ ਜਾਊਗਾ, ਯਾਨੀ ਕਿ ਉਹਨੂੰ ਇੱਕ ਕਮਰੇ ਦੇ ਵਿੱਚ ਤਾੜ ਦਿੱਤਾ ਜਾਊਗਾ ਤੇ 15ਵੇਂ ਦਿਨ ਜਦੋਂ ਆਊਗੀ ਤਾਂ ਉਦੋਂ ਤੱਕ ਗੱਲਬਾਤ ਬਦਲੀ ਹੋਊਗੀ। ਪਰ ਮਾਣਯੋਗ ਹਾਈ ਕੋਰਟ ਦੇ ਵੱਲੋਂ ਜਿਹੜੀਆਂ ਅੱਜ ਟਿੱਪਣੀਆਂ ਕੀਤੀਆਂ ਗਈਆਂ BMC ਦੇ ਉੱਤੇ ਉਹ ਬਿਲਕੁਲ ਵਾਜਬ ਹੈ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਜੀ ਕਿ ਜੇਕਰ ਤੁਸੀਂ ਇੰਨੇ ਕਾਬਲ ਹੁੰਦੇ, ਜੇਕਰ BMC ਇੰਨੀ ਸਮਰੱਥ ਹੁੰਦੀ ਤੇ ਇੰਨੀ ਸੁਜੱਗ ਹੁੰਦੀ ਤੇ ਜਾਗਦੀ ਰਹਿੰਦੀ, ਸੁੱਤੀ ਨਾ ਹੁੰਦੀ, ਤਾਂ ਹੁਣ ਤੱਕ ਬਹੁਤ ਕੁਝ ਬਦਲ ਜਾਣਾ ਸੀ। ਪਰ ਆਪਾਂ ਪਹਿਲਾਂ ਉਹ ਕਾਰਵਾਈ ਕੀਤੀ ਨਹੀਂ, ਇਹ ਸਾਰਾ ਕੁਝ ਬਦਲਾ ਲਊ ਹੈਗਾ। ਮਤਲਬ ਇਹ ਆ ਕਿ ਹੁਣ ਤੱਕ ਕੰਗਣਾ ਰਣੌਤ ਆ ਜਿਹੜੀ ਉਹਦਾ ਰਾਜਨੀਤਿਕ ਤੌਰ ਦੇ ਉੱਤੇ ਵੀ ਕੱਦ ਉੱਤੇ ਹੋ ਗਿਆ। ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਕੰਗਣਾ ਰਣੌਤ ਨੂੰ ਭਵਿੱਖ ਦੇ ਵਿੱਚ ਬਾਲੀਵੁੱਡ ਦੇ ਵਿੱਚ ਕੰਮ ਕਰਨ ਦਾ ਬਹੁਤਾ ਮੌਕਾ ਮਿਲੇ, ਇਸ ਗੱਲ ਦੀ ਮੈਨੂੰ ਜ਼ਾਤੀ ਤੌਰ ਦੇ ਉੱਤੇ ਆਸ ਨਹੀਂ, ਕਿਉਂਕਿ ਉਹਨੇ ਅੱਧੋਂ ਵੱਧ ਬਾਲੀਵੁੱਡ ਦੇ ਨਾਲ ਆਡਾ ਲਾਇਆ ਹੋਇਆ। ਉਹਨੇ ਕਈਆਂ ਦੇ ਵਿੱਚ ਨੁਕਸ ਕੱਢੇ ਹੋਏ ਆ। ਉਹਨੇ ਇਹ ਵੀ ਗੱਲ ਕਹੀ ਆ ਕਿ 90% ਤੋਂ ਵੱਧ ਬਾਲੀਵੁੱਡ ਦੇ ਵਿੱਚ ਨਸ਼ੇੜੀ ਹੈਗੇ ਆ, ਨਸ਼ਿਆਂ ਦੇ ਆਦੀ ਆ, ਇੱਥੇ ਪਾਰਟੀਆਂ ਦੇ ਵਿੱਚ ਕੋਕੀਨ ਚੱਲਦੀ ਹੈ। ਭਾਵੇਂ ਇਹ ਗੱਲ ਸੱਚੀ ਹੋਵੇ ਤੇ ਭਾਵੇਂ ਝੂਠੀ ਹੋਵੇ, ਪਰ ਜਿਹੜੇ ਖੇਤਰ ਦੇ ਵਿੱਚ, ਜਿਹੜੇ ਕਿੱਤੇ ਦੇ ਵਿੱਚ ਉਹ ਹੈ, ਉਸੇ ਕਿੱਤੇ ਦੇ ਬਾਰੇ ਜਦੋਂ ਉਹਨੇ ਨੁਕਸ ਕੱਢਿਆ ਤੇ ਉਹਨੂੰ ਕੰਮ ਮਿਲੂਗਾ, ਮੈਨੂੰ ਇਸ ਗੱਲ ਦੀ ਆਸ ਨਹੀਂ। ਤੇ ਇਹ ਗੱਲ ਪੱਕੀ ਹੈ ਕਿ ਆਉਂਦੇ ਸਮੇਂ ਦੇ ਵਿੱਚ ਕੰਗਣਾ ਰਣੌਤ ਨੇ BJP ਦੇ ਵਿੱਚ ਵੀ ਜਾਣਾ ਤੇ ਉਹਨੂੰ ਟਿਕਟ ਵੀ ਮਿਲ ਜਾਣੀ ਆ। ਇਹ ਤਾਂ ਇਸ ਕਰਕੇ ਦੇਰ ਲੱਗ ਸਕਦੀ ਹੈ ਟਿਕਟ ਵਾਲੀ ਗੱਲ ਨੂੰ, ਕਿਉਂਕਿ ਹਾਲੇ ਲੰਮੇ ਸਮੇਂ ਬਾਅਦ ਚੋਣਾਂ ਹੋਣੀਆਂ, ਲੋਕ ਸਭਾ ਦੀਆਂ ਵੀ ਤੇ ਵਿਧਾਨ ਸਭਾ ਦੀਆਂ ਵੀ। ਇਸ ਕਰਕੇ ਕੰਗਣਾ ਰਣੌਤ ਆ ਜਿਹੜੀ ਉਹ ਟਿਕੀ ਰਹੂਗੀ ਮੁੰਬਈ ਦੇ ਵਿੱਚ ਹੀ ਤੇ BJP ਦੇ ਸੰਪਰਕ ਦੇ ਵਿੱਚ ਰਹੂਗੀ। ਪਰ ਇੱਕ ਗੱਲ ਹੋਰ ਕਮਾਲ ਦੀ ਹੈ, ਜਦੋਂ ਪਦਮਾਵਤ ਫਿਲਮ ਰਿਲੀਜ਼ ਹੋਈ ਸੀ ਉਦੋਂ ਕਾਰਨੀ ਸੈਨਾ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਰੌਲਾ ਰੱਪਾ ਪਾਇਆ ਸੀ। ਉਦੋਂ ਕਾਰਨੀ ਸੈਨਾ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਵੀ ਵਿਅਕਤੀ ਦੀਪਿਕਾ ਪਾਦੂਕੋਣ ਦਾ ਸਿਰ ਵੱਢ ਕੇ ਲਿਆਊਗਾ ਉਹਨੂੰ ਅਸੀਂ 5 ਲੱਖ ਰੁਪਏ ਦਾ ਇਨਾਮ ਦੇਵਾਂਗੇ। ਅੱਜ ਉਹੀ ਕਾਰਨੀ ਸੈਨਾ ਜਿਹੜੀ ਉਹ ਕੰਗਣਾ ਰਣੌਤ ਦੇ ਹੱਕ ਦੇ ਵਿੱਚ ਨਾਅਰੇ ਲਾ ਰਹੀ ਸੀ। ਅੱਜ ਉਹੀ ਕਾਰਨੀ ਸੈਨਾ ਜਿਹੜੀ ਉਹ ਇੱਕ ਅਦਾਕਾਰਾ ਦੇ ਹੱਕ ਦੇ ਵਿੱਚ ਬੋਲ ਰਹੀ ਸੀ। ਅੱਜ ਉਹੀ ਕਾਰਨੀ ਸੈਨਾ ਇਹ ਗੱਲ ਕਹਿ ਰਹੀ ਸੀ ਕਿ ਅਸੀਂ ਤੇਰੇ ਨਾਲ ਧਿਰ ਬਣ ਕੇ ਖੜੇ ਹਾਂ, ਜੇਕਰ ਤੇਰੇ ਨਾਲ 1 ਪੈਸੇ ਦੀ ਵੀ ਵਧੀਕੀ ਹੁੰਦੀ ਹੈ ਤਾਂ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ। ਮਤਲਬ ਸਮੇਂ-ਸਮੇਂ ਦੇ ਰੰਗ ਆ। ਰਾਜਨੀਤਿਕ ਲੋਕਾਂ ਨੇ ਥਾਪੜਾ ਦੇ ਕੇ ਕਦੇ ਕਿਸੇ ਰੂਪ ਦੇ ਵਿੱਚ ਕਿਸੇ ਨੂੰ ਅੱਗੇ ਕਰਨਾ, ਕਦੇ ਕਿਸੇ ਰੂਪ ਦੇ ਵਿੱਚ ਕਿਸੇ ਨੂੰ ਅੱਗੇ ਕਰਨਾ। ਪਰ ਕੰਗਣਾ ਰਣੌਤ ਨੇ ਜਿਸ ਤਰੀਕੇ ਦੇ ਨਾਲ ਮੀਡੀਆ ਦਾ ਧਿਆਨ ਇੱਕਦਮ ਖਿੱਚਿਆ, ਜਿਸ ਤਰੀਕੇ ਦੇ ਨਾਲ ਉਹਦੀ ਬੇਬਾਕੀ ਨੇ ਕਈ ਤਰ੍ਹਾਂ ਦੇ ਨਵੇਂ ਮੁੱਦੇ ਖੜੇ ਕੀਤੇ ਆ, ਜਿਸ ਤਰੀਕੇ ਦੇ ਨਾਲ ਸ਼ਿਵ ਸੈਨਾ ਹੁਣ ਠੰਡੀ ਪੈਂਦੀ ਜਾ ਰਹੀ ਹੈ, ਕਿਉਂਕਿ ਸੰਜੇ ਰਾਉਤ ਨੂੰ ਅਸੀਂ ਇੰਨੇ ਪੋਲੇ ਪੈਰੀ ਮੰਨਣ ਵਾਲਾ ਬੰਦਾ ਨਹੀਂ ਮੰਨਦੇ ਕਿ ਉਹ ਕਵੇ ਜੀ ਕਿ ਮੇਰਾ ਰੌਲਾ ਖਤਮ ਹੋ ਗਿਆ, ਕੰਗਣਾ ਮੁੰਬਈ ਦੇ ਵਿੱਚ ਆ ਗਈ ਆ, ਗੱਲ ਖਤਮ। ਉਹ ਤਾਂ ਕਹਿੰਦੇ ਸੀ ਵੀ ਅਸੀਂ ਵੜ ਨਹੀਂ ਦੇਣੀ, ਪਰ ਹੁਣ ਉਹ ਕਹਿੰਦੇ ਉਹ ਆ ਗਈ ਆ ਤਾਂ ਚਲੋ ਕੋਈ ਗੱਲ ਨਹੀਂ। ਮਤਲਬ ਇਹ ਹੈ ਕਿ ਭਾਜਪਾ ਦੀ ਘੁਰਕੀ ਕਹੀਏ ਜਾਂ ਸ਼ਰਦ ਪਵਾਰ ਦੀ ਸਮਝਾਉਣੀ ਕਹੀਏ ਜਾਂ ਕੰਗਣਾ
ਕਾਂਗੜਾ ਦੇ ਵੱਲੋਂ ਜੋ ਇਸ ਵਕਤ ਟਵੀਟ ਕਰ ਕਰਕੇ ਲਗਾਤਾਰ ਨੰਗੇ ਕੀਤਾ ਜਾ ਰਿਹਾ ਸ਼ਿਵ ਸੈਨਾ ਨੂੰ, ਉਹਦੇ ਮੁਤਲਕ ਗੱਲ ਕਰੀਏ ਸੋ ਆਉਂਦੇ ਸਮੇਂ ਦੇ ਵਿੱਚ ਇਹ ਮਾਮਲਾ ਕਿਹੜਾ ਰੁਖ ਅਖਤਿਆਰ ਕਰੂ ਇਹ ਵਕਤ ਦੱਸੂਗਾ। ਪਰ ਫਿਲਹਾਲ ਸਭ ਤੋਂ ਵੱਧ ਸੁਰਖੀਆਂ ਦੇ ਵਿੱਚ ਅੱਜ ਜੇ ਕਹੀਏ ਵੀ ਸ਼ੁੱਧ ਸ਼ਬਦਾਂ ਦੇ ਵਿੱਚ ਵੀ ਕਰੋਨਾ ਤੋਂ ਵੀ ਵੱਧ ਖਬਰਾਂ ਕੰਗਣਾ ਦੀਆਂ ਬਣੀਆਂ ਤਾਂ ਇਹ ਗੱਲ ਗਲਤ ਨਹੀਂ ਹੋਣੀ। ਸਾਬਕਾ ਡੀਜੀਪੀ ਸੁਮੇਧ ਸੈਣੀ ਹਾਲੇ ਵੀ ਨਹੀਂ ਲੱਭਿਆ, ਕਿੱਥੇ ਹੈ ਪਤਾ ਕੋਈ ਨਹੀਂ। ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਕਿੱਥੇ ਲੁਕੋ ਦਿੱਤਾ ਗਿਆ ਕੋਈ ਪਤਾ ਨਹੀਂ। ਪੁਲਿਸ ਇਹ ਗੱਲ ਕਹਿੰਦੀ ਹੈ ਵੀ ਜਿਹੜੀ ਥਾਂ ਤੇ ਸਾਨੂੰ ਸ਼ੱਕ ਸੀ ਉਹ ਅਸੀਂ ਦਿੱਲੀ ਦੇ ਵਿੱਚ ਵੀ ਜਾ ਕੇ ਛਾਪਾ ਮਾਰ ਕੇ ਦੇਖ ਲਿਆ, ਮਿਲਿਆ ਨਹੀਂ। ਆਪਾਂ ਇਹ ਵੀ ਜਾਣਦੇ ਹਾਂ ਕਿ ਲੰਘੇ ਕੱਲ੍ਹ ਹਾਈ ਕੋਰਟ ਦੇ ਵੱਲੋਂ ਦੋਵੇਂ ਅਰਜ਼ੀਆਂ ਦੇ ਉੱਤੇ ਕਾਂਟਾ ਫੇਰ ਦਿੱਤਾ ਗਿਆ। ਇੱਕ ਅਰਜ਼ੀ ਉਹ ਸੀ ਜਿਹੜੀ ਅਗਾਊਂ ਜ਼ਮਾਨਤ ਦੀ, ਦੂਜੀ ਅਰਜ਼ੀ ਉਹ ਸੀ ਜਿਹੜੀ ਕਿ ਇਸ ਮਾਮਲੇ ਦੇ ਵਿੱਚ CBI ਜਾਂ ਕੋਈ ਹੋਰ ਏਜੰਸੀ ਪੜਤਾਲ ਕਰੇ, ਇਹਦੇ ਉੱਤੇ ਵੀ ਕਾਂਟਾ ਫੇਰ ਦਿੱਤਾ ਗਿਆ। ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਹੁਣ ਹਾਈ ਕੋਰਟ ਦੇ ਵੱਲ ਸੁਮੇਧ ਸੈਣੀ ਜਾ ਸਕਦਾ ਹੈ ਤੇ ਜਾਊਗਾ ਵੀ, ਪਰ ਅਸੀਂ ਇਹ ਵੀ ਗੱਲ ਕਹੀ ਸੀ ਕਿ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਉਹ ਸਰੈਂਡਰ ਕਰ ਦੇਵੇ। ਇਹ ਵੀ ਹੋ ਸਕਦਾ ਕਿ ਪੁਲਿਸ ਇਸ ਗੱਲ ਦੀ ਪੇਸ਼ਕਾਰੀ ਕਰੇ ਕਿ ਅਸੀਂ ਉਹਨੂੰ ਗ੍ਰਿਫਤਾਰ ਕਰ ਲਿਆ, ਪਰ ਅੱਜ ਦੀ ਤਰੀਕ ਦੇ ਵਿੱਚ ਦੋਨੋਂ ਗੱਲਾਂ ਹੀ ਨਹੀਂ ਹੋਈਆਂ। ਕੱਲ੍ਹ ਨੂੰ ਕੁਝ ਹੋ ਜਾਵੇ ਆਪਾਂ ਕੁਝ ਕਹਿ ਨਹੀਂ ਸਕਦੇ। ਪਰ ਸਵਾਲ ਫਿਰ ਉੱਥੇ ਆ ਕੇ ਮੁੱਕਦਾ ਵੀ ਸੁਮੇਧ ਸੈਣੀ ਗਿਆ ਕਿੱਧਰ, ਉਹਨੇ ਕਦੋਂ ਸਰੈਂਡਰ ਕਰਨਾ, ਕੀ ਹੁਣ ਉਹਨੂੰ ਸੁਪਰੀਮ ਕੋਰਟ ਤੋਂ ਆਸ ਹੈ, ਕੀ ਉਹਨੇ ਸੁਪਰੀਮ ਕੋਰਟ ਤੋਂ ਇਸ ਗੱਲ ਦੀ ਆਸ ਲਾਈ ਹੋਈ ਹੈ ਵੀ ਭਾਈ ਹੁਣ ਜੇਕਰ ਮੈਨੂੰ ਇੱਧਰੋਂ ਜ਼ਮਾਨਤ ਮਿਲ ਜਾਂਦੀ ਹੈ ਤਾਂ ਮੈਨੂੰ ਕੋਈ ਸਰੈਂਡਰ ਕਰਨ ਦੀ ਲੋੜ ਨਹੀਂ ਗੀ। ਇਹ ਬਹੁਤ ਸਾਰੇ ਸਵਾਲ ਆ ਜਿੱਥੇ ਵੀ ਚਾਰ ਬੰਦੇ ਬੈਠਦੇ ਉਹਨਾਂ ਦੇ ਮਨ ਦੇ ਵਿੱਚ ਉਮੜਦੇ ਆ। ਕੁਝ ਕੁ ਲੋਕਾਂ ਦਾ ਇਹ ਵੀ ਕਹਿਣਾ ਕਿ BJP ਦਾ ਥਾਪੜਾ ਹੈਗਾ ਇਸ ਕਰਕੇ ਦਿੱਲੀ ਦੇ ਵਿੱਚ ਬੈਠਾ, ਕੁਝ ਕੁ ਲੋਕਾਂ ਦਾ ਇਹ ਕਹਿਣਾ ਕਿ ਸੂਬੇ ਦੀ ਸਰਕਾਰ ਉਹਨੂੰ ਫੜਨਾ ਹੀ ਨਹੀਂ ਚਾਹੁੰਦੀ ਤੇ ਜੇਕਰ ਪੰਜਾਬ ਦੀ ਪੁਲਿਸ ਫੜਨਾ ਚਾਹੁੰਦੀ ਹੋਵੇ ਤਾਂ ਕੰਮ ਔਖਾ ਕਿੰਨਾ ਕਾ। ਯਾਨੀ ਕਿ ਲੋਕ ਜਿੱਥੇ ਬੈਠਦੇ ਆ ਉੱਥੇ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ, ਪਰ ਪੰਜਾਬ ਪੁਲਿਸ ਦਾ ਅਕਸਾ ਜਿਹੜਾ ਉਹ ਪਹਿਲਾਂ ਵੀ ਖਰਾਬ ਹੁੰਦਾ ਰਿਹਾ ਸਮੇਂ-ਸਮੇਂ ਦੇ ਉੱਤੇ, ਤੇ ਹੁਣ ਸਾਬਕਾ DGP ਦਾ ਨਾਂ ਲੱਭਣਾ, ਨਾ ਫੜੇ ਜਾ ਸਕਣਾ, ਇਹ ਵੀ ਇੱਕ ਅਕਸ ਖਰਾਬ ਕਰਨ ਵਾਲੀ ਬਹੁਤ ਵੱਡੀ ਗੱਲ ਹੈਗੀ ਆ। ਸੋ ਆਉਂਦੇ ਦਿਨਾਂ ਦੇ ਵਿੱਚ ਇਸ ਮੁਤਲਕ ਕੀ ਨਵੀਂ ਖਬਰ ਆਊਗੀ ਕੁਝ ਕਹਿ ਨਹੀਂ ਸਕਦੇ, ਪਰ ਅੱਜ ਇੱਕ ਖਬਰ ਜ਼ਰੂਰ ਆਈ ਹੈ ਕਿ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਵਾਉਣ ਵਾਲੇ ਨੂੰ ਗੋਲਡ ਮੈਡਲ ਦੇਣ ਦਾ ਐਲਾਨ ਕਰ ਦਿੱਤਾ ਗਿਆ। ਦਲ ਖਾਲਸਾ ਦੇ ਵੱਲੋਂ ਅੱਜ ਇਹ ਗੱਲ ਕਹੀ ਗਈ ਹੈ ਕਿ ਸੁਮੇਧ ਸੈਣੀ ਦੀ ਜਿਹੜਾ ਵੀ ਬੰਦਾ ਗ੍ਰਿਫਤਾਰੀ ਕਰਵਾਊਗਾ ਉਹਨੂੰ ਅਸੀਂ ਗੋਲਡ ਮੈਡਲ ਨਾਲ ਸਨਮਾਨਿਤ ਕਰਾਂਗੇ। ਉਹਨਾਂ ਨੇ ਹੱਥਾਂ ਦੇ ਵਿੱਚ ਦਲ ਖਾਲਸਾ ਦੇ ਮੈਂਬਰਾਂ ਨੇ ਵੱਡੇ ਵੱਡੇ ਪੋਸਟਰ ਫੜੇ ਸੀ, ਮੋਟੇ ਅੱਖਰਾਂ ਦੇ ਵਿੱਚ ਉਹਨਾਂ ਦੇ ਉੱਤੇ ਲਿਖਿਆ ਸੀਗਾ ਕਿ ਸੁਮੇਧ ਸੈਣੀ ਦੀ ਗ੍ਰਿਫਤਾਰੀ ਕਰਵਾਓ ਤੇ ਗੋਲਡ ਮੈਡਲ ਪਾਓ। ਕਹਿਣ ਦਾ ਭਾਵ ਇਹ ਹੈ ਕਿ ਸੁਮੇਧ ਸੈਣੀ ਦੇ ਲਈ ਹੁਣ ਇਨਾਮ ਰੱਖੇ ਜਾਣ ਲੱਗ ਪਏ ਆ। ਇਹ ਜਿਹੜੇ ਇਨਾਮ ਆ ਕਿਸੇ ਵੇਲੇ ਗੁੰਡਿਆਂ ਬਦਮਾਸ਼ਾਂ ਵਾਸਤੇ ਰੱਖੇ ਜਾਂਦੇ ਸੀ, ਪਰ ਅੱਜ ਇੱਕ ਸਾਬਕਾ DGP ਦੇ ਲਈ ਗੈਰ ਸਰਕਾਰੀ ਧਿਰਾਂ ਖਾਸ ਕਰਕੇ ਦਲ ਖਾਲਸਾ ਤੇ ਕੁਝ ਹੋਰ ਜਥੇਬੰਦੀਆਂ ਜਿਹੜੀਆਂ ਉਹ ਇਸ ਤਰੀਕੇ ਦੇ ਇਨਾਮ ਸਨਮਾਨ ਰੱਖ ਰਹੀਆਂ ਤਾਂ ਜੋ ਉਹਦੀ ਗ੍ਰਿਫਤਾਰੀ ਹੋ ਜਾਵੇ ਕਿਸੇ ਵੀ ਤਰੀਕੇ ਦੇ ਨਾਲ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਬੀਤੇ ਦਿਨ ਬਲਵੰਤ ਸਿੰਘ ਮੁਲਤਾਨੀ ਮਾਮਲੇ ਦੇ ਵਿੱਚ ਸਾਬਕਾ DGP ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਤੇ ਕੇਸ ਨੂੰ CBI ਨੂੰ ਦਿੱਤੇ ਜਾਣ ਦੀ ਮੰਗ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਖਾਰਜ ਕਰ ਦਿੱਤਾ। ਕੋਰਟ ਦੇ ਵਿੱਚ ਸਰਕਾਰ ਨੇ ਦੱਸਿਆ ਕਿ ਕਈ ਤੱਥਾਂ ਦੇ ਸੁਰਾਗਾਂ ਨੂੰ ਸੈਣੀ ਨੂੰ ਹਿਰਾਸਤ ਦੇ ਵਿੱਚ ਲੈ ਕੇ ਪੁੱਛਗਿੱਛ ਕਰਨ ਦੀ ਜ਼ਰੂਰਤ ਹੈ। ਸਰਕਾਰ ਨੇ ਜ਼ਮਾਨਤ ਅਰਜ਼ੀ ਦਾ ਵਿਰੋਧ ਕੀਤਾ ਤੇ ਸੈਣੀ ਬਾਰੇ ਕੁਝ ਹੋਰ ਗੰਭੀਰ ਮਾਮਲਿਆਂ ਬਾਰੇ ਵੀ ਅਦਾਲਤ ਨੂੰ ਜਾਣੂ ਕਰਵਾਇਆ। SIT ਸੈਣੀ ਦੀ ਭਾਲ ਵਾਸਤੇ ਛਾਪੇਮਾਰੀ ਕਰ ਰਹੀ ਹੈ। ਪਤਾ ਲੱਗਾ ਕਿ ਪੁਲਿਸ ਕਿਸੇ ਵੀ ਵੇਲੇ ਸੈਣੀ ਦੀ ਗ੍ਰਿਫਤਾਰੀ ਕਰ ਸਕਦੀ ਹੈ। ਸਾਬਕਾ DGP ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਨ ਜਾਂ ਕਰਵਾਉਣ ਵਾਲੇ ਵਿਅਕਤੀ ਨੂੰ ਇੱਕ ਸੋਨੇ ਦਾ ਮੈਡਲ ਦੇਣ ਦਾ ਅੱਜ ਦਲ ਖਾਲਸਾ ਦੇ ਵੱਲੋਂ ਐਲਾਨ ਕੀਤਾ ਗਿਆ। ਇਹਦੇ ਲਈ ਸੰਗਠਨ ਨੇ ਬਕਾਇਦਾ ਇੱਕ ਪੋਸਟਰ ਵੀ ਜਾਰੀ ਕੀਤਾ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਪੋਸਟਰ ਦਿੱਲੀ ਦੇ ਵਿੱਚ ਲਾਏ ਜਾਣਗੇ। ਸੰਗਠਨ ਨੇ ਇਸ ਗੱਲ ਦਾ ਵੀ ਖਦਸ਼ਾ ਪ੍ਰਗਟਾਇਆ ਕਿ ਜੇਕਰ ਸੈਣੀ ਗ੍ਰਿਫਤਾਰ ਹੋ ਵੀ ਗਿਆ ਤਾਂ ਉਹ ਜੇਲ੍ਹ ਜਾਣ ਦੀ ਥਾਂ ਦੇ ਉੱਤੇ ਕਰੋਨਾ ਦਾ ਬਹਾਨਾ ਲਾ ਕੇ ਹਸਪਤਾਲ ਦੇ ਵਿੱਚ ਜਾਵੇਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਸੁਮੇਧ ਸੈਣੀ ਦੇ ਮੁਤਲਕ ਜਿਹੋ ਜਿਹੀਆਂ ਖਬਰਾਂ ਆ ਰਹੀਆਂ ਕਦੇ ਉਹਨਾਂ ਨੇ ਵੀ ਨਹੀਂ ਸੋਚਿਆ ਹੋਣਾ ਕਿ ਮੇਰੇ ਬਾਬਤ ਇੱਦਾਂ ਦੀਆਂ ਖਬਰਾਂ ਆਉਣ ਲੱਗ ਪੈਣਗੀਆਂ। ਪਰ ਗੱਲ ਇਹ ਹੈ ਵੀ ਹਰ ਕੋਈ ਇਸ ਵਕਤ ਸ਼ੱਕੀ ਕਿਰਦਾਰ ਜਾਪ ਰਿਹਾ। ਜਿੰਨੀ ਦੇਰ ਤੱਕ ਗ੍ਰਿਫਤਾਰੀ ਨਹੀਂ ਹੁੰਦੀ, ਵੈਸੇ ਤਾਂ ਗ੍ਰਿਫਤਾਰੀ ਹੋਣ ਤੋਂ ਬਾਅਦ ਵੀ ਕਈ ਤਰ੍ਹਾਂ ਦੇ ਤੌਖਲੇ ਜਿਹੜੇ ਉਹ ਮਨ ਦੇ ਵਿੱਚ ਉੱਠਣੇ ਆ ਕਿ ਕੀ ਪੁਲਿਸ ਸਹੀ ਕਾਰਵਾਈ ਕਰ ਰਹੀ ਹੈ। ਕਿਉਂਕਿ ਜਦੋਂ ਕੋਈ ਖਾਸ ਬੰਦਾ ਫੜਿਆ ਜਾਂਦਾ, ਇੱਥੇ ਤਾਂ ਨਿਰਮਲ ਸਿੰਘ ਭੰਗੂ ਵਰਗੇ ਬੰਦਿਆਂ ਦੀ ਗੱਲ ਕਰ ਲਈਏ, ਉਹ ਜਦੋਂ ਫੜੇ ਜਾਂਦੇ ਆ ਇੰਨੀ ਵੱਡੀ ਠੱਗੀ ਮਾਰਨ ਦੇ ਬਾਵਜੂਦ, ਤਾਂ ਫਿਰ ਉਹ ਬੰਦਾ ਵੀ ਹੈ ਜਿਹੜਾ ਉਹ ਲੰਮਾ ਸਮਾਂ ਹਸਪਤਾਲ ਦੇ ਵਿੱਚ ਪਿਆ ਰਹਿੰਦਾ, ਜੇਲ੍ਹ ਦੇ ਵਿੱਚ ਜਾਣ ਦੀ ਥਾਂ ਦੇ ਉੱਤੇ, ਤੇ ਉਹ ਹਸਪਤਾਲ ਦੇ ਵਿੱਚੋਂ ਇਲਾਜ ਕਰਵਾਉਂਦਾ ਰਹਿੰਦਾ ਤੇ ਬਾਹਰਲੇ ਪਾਸੇ ਪੁਲਿਸ ਆ ਜਿਹੜੀ ਰਾਖੀ ਕਰਦੀ ਰਹਿੰਦੀ ਹੈ। ਮਤਲਬ ਇਹ ਆ ਵੀ ਤੁਹਾਡਾ ਅਸਰ ਰਸੂਖ ਕੰਮ ਆ ਜਾਂਦਾ। ਇਹੋ ਜਿਹੀਆਂ ਖਬਰਾਂ ਵੀ ਲੱਗਦੀਆਂ। ਪਰ ਦੂਜੀ ਗੱਲ ਇਹ ਹੈ ਕਿ ਜੇਕਰ ਸੁਮੇਧ ਸੈਣੀ ਅੱਜ ਗ੍ਰਿਫਤਾਰ ਹੋ ਜਾਂਦਾ ਹੈ ਤਾਂ ਦਲ ਖਾਲਸਾ ਦੇ ਸ਼ੱਕ ਦੇ ਮੁਤਾਬਕ ਸ਼ਾਇਦ ਉਹ ਹਸਪਤਾਲ ਦੇ ਵਿੱਚ ਜਾਵੇ ਜੇਲ੍ਹ ਜਾਣ ਦੀ ਥਾਂ ਦੇ ਉੱਤੇ। ਇਹੋ ਜਿਹੀਆਂ ਬਹੁਤ ਸਾਰੀਆਂ ਖਬਰਾਂ ਸਮੇਂ ਦੇ ਉੱਤੇ ਆਈਆਂ। ਜਦੋਂ ਵੀ ਕੋਈ ਨੇਤਾ ਕਿਸੇ ਘਪਲੇਬਾਜ਼ੀ ਦੇ ਵਿੱਚ ਫੜਿਆ ਜਾਂਦਾ, ਸਭ ਤੋਂ ਪਹਿਲਾਂ ਉਹਦੇ ਦਿਲ ਦੇ ਵਿੱਚ ਦਰਦ ਹੁੰਦੀ ਹੈ, ਫਿਰ ਉਹਨੂੰ ਹਸਪਤਾਲ 'ਚ ਭਰਤੀ ਕਰਵਾਇਆ ਜਾਂਦਾ, ਜਾਂ ਫਿਰ ਉਹਦਾ ਇੱਕਦਮ ਬਲੱਡ ਪ੍ਰੈਸ਼ਰ ਤੇ ਸ਼ੂਗਰ ਵੱਧਦੀ ਹੈ, ਇਸ ਬਹਾਨੇ ਦੇ ਨਾਲ ਉਹ ਹਸਪਤਾਲ 'ਚ ਭਰਤੀ ਹੁੰਦਾ ਹੈ। ਹਸਪਤਾਲ ਦਾ ਪ੍ਰਬੰਧ ਵੀ ਪਹਿਲਾਂ ਕਰਕੇ ਰੱਖਿਆ ਹੁੰਦਾ। ਇਹ ਸਾਰਾ ਕੁਝ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਇਆ ਜਾਂਦਾ ਆਮ ਤੌਰ ਦੇ ਉੱਤੇ। ਪਰ ਸੁਮੇਧ ਸੈਣੀ ਦੇ ਮਾਮਲੇ ਦੇ ਵਿੱਚ ਕੀ ਹੋਊਗਾ ਅਸੀਂ ਹੁਣੇ ਤਾਂ ਭਵਿੱਖਬਾਣੀ ਨਹੀਂ ਕਰ ਸਕਦੇ, ਪਰ ਗੋਲਡ ਮੈਡਲ ਐਲਾਨ ਕਰ ਦੇਣਾ ਬੇਸ਼ੱਕ ਇਹ ਸੰਕੇਤਕ ਤੌਰ ਦੇ ਉੱਤੇ ਗੱਲ ਹੋਵੇ, ਇੱਕ ਵਿਰੋਧ ਕਰਨ ਦਾ ਤਰੀਕਾ ਹੋਵੇ, ਪਰ ਇਹ ਗੱਲ ਕੋਈ ਛੋਟੀ ਨਹੀਂ ਹੈ। ਸੁਮੇਧ ਸੈਣੀ ਜਦੋਂ DGP ਸੀ, ਜਦੋਂ ਉਹ ਚੰਡੀਗੜ੍ਹ ਦੇ ਵਿੱਚ SSP ਸੀ, ਜਦੋਂ ਬਾਕੀ ਵੱਖ-ਵੱਖ
ਵੱਖ-ਵੱਖ ਅਹੁਦਿਆਂ ਦੇ ਉੱਤੇ ਸੀ, ਕਦੇ ਇਸ ਗੱਲ ਦੀ ਆਸ ਕਰ ਸਕਦੇ ਸੀ ਕਿ ਕੋਈ ਪੰਜਾਬ ਦੇ ਵਿੱਚੋਂ ਉੱਠੂ ਤੇ ਇਹ ਗੱਲ ਕਹੂਗਾ ਕਿ ਜੇਕਰ ਇਹਦੇ ਖਿਲਾਫ ਕੋਈ ਆਵਾਜ਼ ਬੁਲੰਦ ਕਰੇ ਅਸੀਂ ਇਹਨੂੰ ਮੈਡਲ ਦੇਵਾਂਗੇ। ਪਰ ਸਮਾਂ ਬਦਲਿਆ, ਪਰਿਸਥਿਤੀਆਂ ਬਦਲੀਆਂ ਤੇ ਅੱਜ ਸੁਮੇਧ ਸੈਣੀ ਨੂੰ ਚੌਂ ਪਾਸਿਓਂ ਘੇਰਾ ਪੈ ਰਿਹਾ। ਸੱਚੇ ਦਿਲੋਂ ਪੈ ਰਿਹਾ ਜਾਂ ਉਤਲੇ ਮਨੋਂ ਪੈ ਰਿਹਾ, ਇਹ ਤਾਂ ਮੀਡੀਆ ਦੇ ਵਿੱਚ ਕਈ ਤਰ੍ਹਾਂ ਦੀਆਂ ਖਬਰਾਂ ਹੈਗੀਆਂ। ਪਰ ਸੁਮੇਧ ਸੈਣੀ ਦੇ ਕੋਲੇ ਅਸੀਂ ਕੱਲ੍ਹ ਗੱਲ ਕਹੀ ਸੀ ਕਿ ਦੋ ਰਾਹ ਹੈਗੇ ਆ। ਇੱਕ ਰਾਹ ਹੈਗਾ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ, ਤੇ ਦੂਜਾ ਹੈਗਾ ਸਰੈਂਡਰ ਕਰਨ ਦਾ, ਤੇ ਤੀਜਾ ਪੁਲਿਸ ਦੇ ਹੱਥ ਆ ਗ੍ਰਿਫਤਾਰ ਕਰਨਾ ਜਾਂ ਨਹੀਂ ਕਰਨ ਦਾ। ਸੋ ਵਕਤ ਦੱਸੂਗਾ ਕੀ ਬਣਦਾ, ਪਰ ਖਬਰਾਂ ਕਈ ਤਰ੍ਹਾਂ ਦੀਆਂ ਆ ਰਹੀਆਂ। ਡਾਕਟਰ ਰੂਪ ਸਿੰਘ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਹੈ, ਉਹਨਾਂ ਦੀ ਨਾਰਾਜ਼ਗੀ ਜਿਹੜੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਲ ਨਸ਼ਰ ਬੜੇ ਵੱਡੇ ਪੱਧਰ ਦੇ ਉੱਤੇ ਹੋਣ ਲੱਗ ਪਈ ਹੈ। ਹੁਣ ਉਹਨਾਂ ਨੇ ਯਾਨੀ ਕਿ ਡਾਕਟਰ ਰੂਪ ਸਿੰਘ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਵੀ ਪਾਉਣੀਆਂ ਸ਼ੁਰੂ ਕੀਤੀਆਂ ਤੇ ਹੁਣ ਪਤਾ ਲੱਗ ਰਿਹਾ ਜੀ ਕਿ ਇਹ ਤਲਖੀ, ਇਹ ਦਰਾੜ ਇਸ ਕਦਰ ਵੱਧ ਚੁੱਕੀ ਹੈ ਵੀ ਛੇਤੀ ਕਿਤੇ ਹੋ ਸਕਦਾ ਨੇੜਤਾ ਨਾ ਵੀ ਹੋਵੇ। ਹੁਣ ਖਬਰਾਂ ਇਹ ਵੀ ਆ ਰਹੀਆਂ ਕਿ ਡਾਕਟਰ ਰੂਪ ਸਿੰਘ ਆ ਜਿਹੜੇ ਉਹ ਖੁਦ ਨੂੰ ਨਿਰਦੋਸ਼ ਮੰਨ ਰਹੇ ਆ। ਹਾਲਾਂਕਿ ਡਾਕਟਰ ਰੂਪ ਸਿੰਘ ਦੇ ਉੱਤੇ ਕਈ ਲੋਕਾਂ ਦੇ ਵੱਲੋਂ ਸਵਾਲ ਕੀਤੇ ਜਾ ਰਹੇ ਆ। ਮਨਦੀਪ ਸਿੰਘ ਮੰਨਾ ਨੇ ਇਹ ਗੱਲ ਕਹੀ ਹੈ ਕਿ ਡਾਕਟਰ ਰੂਪ ਸਿੰਘ ਨੂੰ ਸਭ ਕੁਝ ਪਤਾ ਹੁੰਦਾ, ਪਰ ਉਹ ਕਿਉਂਕਿ ਬਾਦਲਾਂ ਦੇ ਨੇੜੇ ਆ, ਇਸ ਕਰਕੇ ਉਹਨਾਂ ਦੇ ਵੱਲੋਂ ਕਈ ਗੱਲਾਂ ਦਾ ਮੋੜ ਘਟਾ ਲਿਆ ਜਾਂਦਾ। ਇਹ ਗੱਲਾਂ ਬੜੀ ਬੇਬਾਕੀ ਨਾਲ ਮੰਨਾ ਹੋਰਾਂ ਨੇ ਕਹੀਆਂ। ਪਰ ਜਿਹੜੀ ਤਾਜ਼ਾ ਜਾਣਕਾਰੀ ਪ੍ਰਾਪਤ ਹੋਈ ਆ ਵੀ ਇਹ ਕਿਹੜੀ ਗੱਲੋਂ ਤਲਖੀ ਵਧੀ ਹੈ, ਕੀ ਇਹਦੇ ਪਿੱਛੇ ਮਾਜਰਾ ਹੈਗਾ, ਲੌਂਗੋਵਾਲ ਤੇ ਡਾਕਟਰ ਰੂਪ ਸਿੰਘ ਦੀ ਆਪਸ ਦੇ ਵਿੱਚ ਕਿਹੜੇ ਕਾਰਨਾਂ ਦੇ ਕਰਕੇ ਖੜਕੀ ਹੈ, ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। 338 ਪਾਵਨ ਸਰੂਪਾਂ ਨੂੰ ਲੈ ਕੇ ਜਿੱਥੇ ਪੂਰੀ ਕੌਮ ਇਸ ਵਕਤ ਦੁਖੀ ਤੇ ਚਿੰਤਾ ਦੇ ਵਿੱਚ ਹੈ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸੇ ਗੱਲ ਕਰਕੇ ਇਸ ਵਕਤ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਿ ਜੋ ਆਪਣੀ ਜ਼ਿੰਮੇਵਾਰੀ ਨੂੰ ਸਹੀ ਢੰਗ ਦੇ ਨਾਲ ਨਿਭਾਉਣ ਦੇ ਵਿੱਚ ਅਸਫਲ ਰਹੀ ਹੈ। ਤੇ ਅਕਾਲ ਤਖਤ ਸਾਹਿਬ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਕਰਵਾਈ ਗਈ ਜਾਂਚ ਦੇ ਵਿੱਚ ਵੀ ਸਾਰੀ ਕਹਾਣੀ ਸਪਸ਼ਟ ਹੋ ਗਈ ਹੈ। ਡਾਕਟਰ ਈਸ਼ਰ ਸਿੰਘ ਦੀ ਰਿਪੋਰਟ ਦੇ ਮੁਤਾਬਕ ਪਾਵਨ ਸਰੂਪਾਂ ਦੇ ਗਾਇਬ ਹੋਣ ਪਿੱਛੇ ਕਮੇਟੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਨਲਾਇਕੀ ਸਾਹਮਣੇ ਆਈ। ਮੁੱਖ ਸਕੱਤਰ ਤੇ ਸਾਬਕਾ ਮੁੱਖ ਸਕੱਤਰ ਤੱਕ ਇਸ ਮਾਮਲੇ ਵਿੱਚ ਲਪੇਟੇ ਜਾਣ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਤੇ ਅਸਤੀਫਾ ਦੇ ਚੁੱਕੇ ਮੁੱਖ ਸਕੱਤਰ ਵਿਚਾਲੇ ਅੰਦਰ ਖਾਤੇ ਆਪਸੀ ਖਿੱਚੋਤਾਣ ਛਿੜ ਗਈ ਜਾਪਦੀ ਹੈ, ਜਿਸ ਦੀ ਹਾਮੀ ਭਰਦੀ ਹੈ ਡਾਕਟਰ ਰੂਪ ਸਿੰਘ ਦੀ ਉਹ ਪੋਸਟ ਜਿਹਦੇ ਵਿੱਚ ਲਿਖਿਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਹਿੱਤ ਨੈਤਿਕਤਾ ਦੇ ਆਧਾਰ ਦੇ ਉੱਤੇ ਮੇਰੇ ਵੱਲੋਂ ਦਿੱਤੇ ਗਏ ਅਸਤੀਫੇ ਮਗਰੋਂ ਸੰਗਤ ਵੱਲੋਂ ਪ੍ਰਧਾਨ ਸਾਹਿਬ ਤੋਂ ਵੀ ਅਸਤੀਫੇ ਦੀ ਮੰਗ ਉੱਠੀ ਤਾਂ ਕੁਝ ਦਿਨਾਂ ਬਾਅਦ ਪ੍ਰਧਾਨ ਸਾਹਿਬ ਟੀਵੀ ਚੈਨਲ ਦੇ ਉੱਤੇ ਕਹਿੰਦੇ ਕਿ ਉਹਨਾਂ ਦਾ ਨਾਂ ਦੋਸ਼ੀਆਂ ਦੀ ਸੂਚੀ ਵਿੱਚ ਨਹੀਂ, ਡਾਕਟਰ ਰੂਪ ਸਿੰਘ ਦਾ ਨਾਂ ਦੋਸ਼ੀਆਂ ਦੀ ਸੂਚੀ ਵਿੱਚ ਸ਼ਾਮਲ ਹੈ, ਜਿਸ ਕਰਕੇ ਉਹ ਦੋਸ਼ੀ ਹੈ। ਪ੍ਰਧਾਨ ਸਾਹਿਬ ਜੀ, ਜੇ ਮੈਂ ਪੜਤਾਲ ਦੇ ਵਿੱਚ ਦੋਸ਼ੀ ਸਾਂ ਤਾਂ ਤੁਹਾਨੂੰ ਮੇਰਾ ਅਸਤੀਫਾ ਅਪਰਵਾਨ ਕਰਕੇ ਮੇਰੇ ਉੱਤੇ ਕਾਰਵਾਈ ਕਰਨੀ ਚਾਹੀਦੀ ਸੀ। ਡਾਕਟਰ ਰੂਪ ਸਿੰਘ ਦੇ ਇਹਨਾਂ ਸ਼ਬਦਾਂ ਦੇ ਵਿੱਚ ਜਿੱਥੇ ਗੋਬਿੰਦ ਸਿੰਘ ਲੌਂਗੋਵਾਲ ਦੇ ਲਈ ਤਲਖੀ ਸਾਫ਼ ਨਜ਼ਰ ਆ ਰਹੀ ਹੈ, ਉੱਥੇ ਫਤਿਹਗੜ੍ਹ ਸਾਹਿਬ ਪੁੱਜੇ ਭਾਈ ਲੌਂਗੋਵਾਲ ਨੂੰ ਡਾਕਟਰ ਰੂਪ ਸਿੰਘ ਦੀ ਇਸ ਪੋਸਟ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਜਾਂਚ ਰਿਪੋਰਟ ਦੇ ਆਧਾਰ ਦੇ ਉੱਤੇ ਰੂਪ ਸਿੰਘ ਨੂੰ ਦੋਸ਼ੀ ਠਹਿਰਾਇਆ। ਮੰਨਿਆ ਇਹ ਜਾ ਰਿਹਾ ਕਿ ਐਸਜੀਪੀਸੀ ਦੇ ਪ੍ਰਧਾਨ ਲੌਂਗੋਵਾਲ ਤੇ ਮੁੱਖ ਸਕੱਤਰ ਰਹੇ ਡਾਕਟਰ ਰੂਪ ਸਿੰਘ ਵਿਚਾਲੇ ਇਹ ਦੂਰੀ ਉਦੋਂ ਆਉਣੀ ਸ਼ੁਰੂ ਹੋਈ ਜਦੋਂ ਡਾਕਟਰ ਰੂਪ ਸਿੰਘ ਨੇ ਆਪਣੇ ਅਸਤੀਫੇ ਉੱਤੇ ਉੱਠ ਰਹੇ ਸਵਾਲਾਂ ਦੇ ਜਵਾਬ ਦੇ ਵਿੱਚ ਫੇਸਬੁੱਕ ਤੇ ਪੋਸਟ ਸ਼ੇਅਰ ਕਰਦੇ ਹੋਏ ਖੁਦ ਨੂੰ ਨਿਰਦੋਸ਼ ਦੱਸਦੇ ਹੋਏ ਆਉਣ ਵਾਲੇ ਦਿਨਾਂ ਵਿੱਚ ਵੱਡੇ ਖੁਲਾਸੇ ਕਰਨ ਦਾ ਇਸ਼ਾਰਾ ਦਿੱਤਾ। ਉਹਨਾਂ ਨੇ ਲਿਖਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਵਧਣ ਘਟਣ ਦੇ ਗੰਭੀਰ ਮਸਲੇ ਸੰਬੰਧੀ ਮੌਜੂਦਾ ਮੁੱਖ ਸਕੱਤਰ ਹੋਣ ਕਰਕੇ ਮੈਂ ਇਖਲਾਕੀ ਜ਼ਿੰਮੇਵਾਰੀ ਮੰਨ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਚੁੱਕਾ ਹਾਂ, ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਦੋਸ਼ੀ ਵੀ ਹਾਂ। ਮੈਂ ਹਰ ਤਰ੍ਹਾਂ ਦੀ ਪੜਤਾਲ ਵਿੱਚ ਸਹਿਯੋਗ ਦਿੱਤਾ ਤੇ ਹੁਣ ਵੀ ਦੇਵਾਂਗਾ। ਕੈਨੇਡਾ ਜਾਣਾ ਮੇਰੀ ਪਰਿਵਾਰਕ ਮਜਬੂਰੀ ਸੀ, ਜਿਸ ਕਰਕੇ ਮਾਰਚ ਮਹੀਨੇ ਤੋਂ ਮੈਂ ਯਤਨਸ਼ੀਲ ਸੀ। ਪ੍ਰਧਾਨ ਸਾਹਿਬ ਪਾਸੋਂ 40 ਦਿਨਾਂ ਦੀ ਲਿਖਤੀ ਆਗਿਆ ਤੇ ਵਿਦੇਸ਼ ਦੀ ਛੁੱਟੀ ਪ੍ਰਵਾਨ ਕਰਵਾ ਕੇ ਗਿਆ ਸੀ। ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਦੋਸ਼ੀਆਂ ਨੂੰ ਛੱਡ ਕੇ ਮੈਨੂੰ ਬਦਨਾਮ ਕੀਤਾ ਜਾ ਰਿਹਾ। ਮੈਨੂੰ ਗੁਰੂ ਰਾਮਦਾਸ ਜੀ ਦੇ ਉੱਤੇ ਪੂਰਾ ਭਰੋਸਾ ਹੈ, ਜਲਦੀ ਸੱਚ ਸਾਹਮਣੇ ਆਵੇਗਾ ਤੇ ਇਕਾਂਤਵਾਸ ਖਤਮ ਹੁੰਦਿਆਂ ਸਭ ਕੁਝ ਮੈਂ ਸਪਸ਼ਟ ਕਰਾਂਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਡਾਕਟਰ ਰੂਪ ਸਿੰਘ ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਆਪਸ ਦੇ ਵਿੱਚ ਤਲਖੀ ਜਾਪ ਰਹੀ ਹੈ ਤੇ ਤਲਖੀ ਜਾਪ ਨਹੀਂ ਰਹੀ, ਹੁਣ ਤਾਂ ਅਗਲੀਆਂ ਗੱਲਾਂ ਵੀ ਹੋ ਗਈਆਂ। ਸੋ ਉਸ ਤੋਂ ਬਾਅਦ ਇਹ ਲੱਗਦਾ ਜੀ ਕਿ ਜਿਹੜਾ ਇਹ ਮਾਮਲਾ ਪਾਵਨ ਸਰੂਪਾਂ ਦਾ ਕਿ ਗਾਇਬ ਕਿੱਥੇ ਹੋਏ ਆ, ਇਹ ਇੱਥੇ ਹੀ ਇੱਦਾਂ ਹੀ ਉਲਝਾ ਕੇ ਰੱਖ ਦਿੱਤਾ ਜਾਣਾ। ਹਾਲਾਂਕਿ ਪਿਛਲੇ ਦਿਨੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੱਲ ਕਹੀ, ਉਹ ਕਹਿੰਦੇ ਜੀ ਕਿ ਕਿਤੇ ਖੁਰਦ-ਬੁਰਦ ਨਹੀਂ ਕੀਤੇ ਗਏ ਸਰੂਪ, ਕਿਤੇ ਬੇਅਦਬੀ ਨਹੀਂ ਕੀਤੀ ਗਈ, ਕਿਤੇ ਸੁੱਟੇ ਨਹੀਂ ਗਏ, ਕਿਤੇ ਲੁਕੋਏ ਨਹੀਂ ਗਏ। ਇਹ ਅਸਲ ਦੇ ਵਿੱਚ ਸੰਬੰਧਿਤ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਵੱਲੋਂ ਜਿਹੜੇ ਕਿ ਪਬਲੀਕੇਸ਼ਨ ਡਿਪਾਰਟਮੈਂਟ ਦੇ ਵਿੱਚ ਹੈ, ਛਾਪੇਖਾਨੇ ਦੇ ਵਿੱਚ ਹੈ, ਉਹਨਾਂ ਦੇ ਵੱਲੋਂ ਸੰਗਤ ਨੂੰ ਹੱਥੋਂ ਹਥੀਰੇ ਦਿੱਤੇ ਗਏ। ਉਹਨਾਂ ਦੀ ਭੇਟਾ ਲੈ ਕੇ ਰਸੀਦ ਨਹੀਂ ਕੱਟੀ ਗਈ, ਕੋਈ ਰਜਿਸਟਰ ਦੇ ਵਿੱਚ ਨਹੀਂ ਚਾੜੇ ਗਏ, ਸਗੋਂ ਉਹ ਭੇਟਾ ਆਪਣੀ ਜੇਬ ਦੇ ਵਿੱਚ ਪਾ ਲਈ ਤੇ ਲੱਖਾਂ ਰੁਪਈਆ ਲੈ ਕੇ ਤੇ ਉਰੇ ਪਰੇ ਹੋ ਗਏ ਆ। ਸੋ ਹੈਰਾਨੀ ਹੁਣ ਇਸ ਗੱਲ ਤੇ ਵੀ ਹੁੰਦੀ ਹੈ ਵੀ ਅਸੀਂ ਆਮ ਕਿਤਾਬਾਂ, ਆਮ ਕਾਪੀਆਂ ਦੀ ਗੱਲ ਤਾਂ ਕਰਦੇ ਹਾਂ ਵੀ ਚਲੋ ਉੱਥੇ ਹੇਰਾ ਫੇਰੀ ਹੋ ਜਾਂਦੀ ਹੈ, ਜਿੱਥੇ 100 ਛਪਣੀ ਹੈ ਉੱਥੇ 500 ਛਾਪਤੀ, ਉਹ 500 ਦੇ ਵਿੱਚੋਂ 400 ਦੇ ਪੈਸੇ ਖਾ ਗਏ। ਪਰ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਦੇ ਉੱਤੇ ਵੀ ਪੈਸੇ ਖਾਂਦੇ ਆ, ਉਹਨੂੰ ਵੇਚਦੇ ਆ, ਤਾਂ ਮੈਨੂੰ ਤਾਂ ਨਿੱਜੀ ਤੌਰ ਤੇ ਹੈਰਾਨੀ ਇਸ ਗੱਲ ਦੀ ਹੁੰਦੀ ਆ ਕਿ ਮਨੁੱਖ ਕਿਹੋ ਜਿਹੇ ਆ। ਹਾਲੇ ਵੀ ਅਸੀਂ ਉਹਨਾਂ ਨੂੰ ਸਿੱਖ ਕਵਾਂਗੇ, ਹਾਲੇ ਵੀ ਸ਼੍ਰੋਮਣੀ ਕਮੇਟੀ ਦੇ ਇਮਾਨਦਾਰ ਕਹਿ ਸਕਦੇ ਹਾਂ। ਉਹ ਕਿਹੜੇ ਕਾਰਨ ਆ ਜਿਹਦੇ ਕਰਕੇ 990 ਸਫ਼ੇ ਹਾਲੇ ਤੱਕ ਸ਼੍ਰੋਮਣੀ ਕਮੇਟੀ ਨੇ ਆਪਣੀ ਵੈਬਸਾਈਟ ਦੇ ਉੱਤੇ ਨਸ਼ਰ ਨਹੀਂ ਕੀਤੇ। 1000 ਸਫ਼ੇ ਦੀ ਈਸ਼ਰ ਸਿੰਘ ਹੋਰਾਂ ਦੇ ਵੱਲੋਂ ਰਿਪੋਰਟ ਦਿੱਤੀ ਗਈ ਆ, 45
ਉਹਦੇ ਵਿੱਚੋਂ 10 ਸਫ਼ੇ ਸ਼੍ਰੋਮਣੀ ਕਮੇਟੀ ਨੇ ਸਾਂਝੇ ਕੀਤੇ ਆ ਤੇ ਬਾਕੀ ਸਫ਼ਿਆਂ ਦੇ ਵਿੱਚ ਕੀ ਜਾਣਕਾਰੀ ਹੈ, ਲੋਕ ਇਹ ਚਾਹੁੰਦੇ, ਸੰਗਤ ਇਹ ਚਾਹੁੰਦੇ ਆ ਬਈ ਉਹ ਵੀ ਨਸ਼ਰ ਕੀਤੀ ਜਾਵੇ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਭ ਦੇ ਸਾਹਮਣੇ ਆਵੇ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।